ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਕੀ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਅੱਜ ਦੇ ਉਸਦੇ ਸੁੰਦਰ ਦਿਨ ਦੇ ਲਈ, ਇਸ ਸੁੰਦਰ ਸਮੇਂ ਦੇ ਲਈ ਜੋ ਉਸਨੇ ਸਾਡੀ ਜ਼ਿੰਦਗੀਆਂ ਵਿੱਚ ਦਿੱਤਾ ਹੈ। ਸਭ ਤੋਂ ਪਹਿਲਾਂ ਮੈਂ ਉਸ ਦੀਆਂ ਦਿੱਤੀਆਂ ਬਰਕਤਾਂ ਦੇ ਲਈ, ਇਹਨਾਂ ਸਾਹਾਂ ਦੇ ਲਈ, ਇਸ ਜ਼ਿੰਦਗੀ ਦੇ ਲਈ, ਇਸ ਸਮੇਂ ਦੇ ਲਈ, ਜੋ ਕੁਝ ਵੀ ਉਹਨੇ ਮੇਰੀ ਜ਼ਿੰਦਗੀ 'ਚ ਦਿੱਤਾ ਮੈਂ ਉਸ ਦੇ ਲਈ ਉਸਦਾ ਧੰਨਵਾਦ ਕਰਦੀ ਹਾਂ। ਔਰ ਤੁਹਾਡਾ ਵੀ ਧੰਨਵਾਦ ਕਰਦੀ ਹਾਂ ਜੋ ਲੋਕ ਇਸ ਵਚਨ ਨੂੰ ਸੁਣਦੇ ਆ ਔਰ ਇਸ ਉੱਤੇ ਚੱਲਦੇ ਆ, ਅਮਲ ਕਰਦੇ ਆ। ਪਰ ਮੇਰੀ ਦੁਆ ਹੈ ਕਿ ਪਰਮੇਸ਼ਵਰ ਇਹਨਾਂ ਵਚਨਾਂ ਦੇ ਰਾਹੀਂ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਦੇਵੇ। ਆਈਏ ਅਸੀਂ ਪ੍ਰਾਰਥਨਾ ਕਰਾਂਗੇ। ਮਹਾਨ ਸਰਵਸ਼ਕਤੀਮਾਨ ਪਰਮੇਸ਼ਵਰ, ਤੁਹਾਡਾ ਧੰਨਵਾਦ ਕਰਦੇ, ਤੁਹਾਡੀ ਤਾਰੀਫ ਕਰਦੇ ਪਿਤਾ ਜੀ। ਇਹਨਾਂ ਲੋਕਾਂ ਦੇ ਉੱਪਰ ਦਇਆ ਕਰ ਪਿਤਾ, ਜੋ ਲੋਕ ਇਸ ਵਚਨ ਨੂੰ ਸੁਣਨ ਦੇ ਲਈ ਜਾ ਰਹੇ ਪਿਤਾ ਪਰਮੇਸ਼ਵਰ। ਇਹ ਵਚਨ ਪਿਤਾ ਤੇਰੇ ਵੱਲੋਂ ਵਚਨ ਹੈ, ਤੇਰੀ ਪਵਿੱਤਰ ਆਤਮਾ ਦੇ ਦੁਆਰਾ ਭੇਜਿਆ ਗਿਆ ਵਚਨ ਹੈ ਪਿਤਾ। ਹੁਣ ਦੇ ਜਦੋਂ ਇਹ ਵਚਨ ਨੂੰ ਕਬੂਲ ਕਰਨ, ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ 100 ਗੁਣ ਫਲ ਆਵੇ ਪਿਤਾ ਪਰਮੇਸ਼ਵਰ। ਔਰ ਇਹਨਾਂ ਨੂੰ ਸੁਣਨ ਵਾਲੇ ਕੰਨ ਦੇ, ਸਮਝਣ ਵਾਲਾ ਦਿਮਾਗ ਦੇ, ਪਵਿੱਤਰ ਬਾਣੀ 'ਤੇ ਚੱਲਣ ਦੀ ਸਾਮਰਥ ਬਖਸ਼ ਦੇ ਪਿਤਾ ਜੀ। ਖੁਦਾਵੰਦ ਖੁਦਾ, ਤਾਂ ਜੋ ਵਚਨ ਤੇਰਾ ਕੋਈ ਵੀ ਨਾ ਸ਼ੈਤਾਨ ਦੀ ਸ਼ਕਤੀ ਚੁਰਾ ਨਾ ਸਕੇ ਪਿਤਾ। ਔਰ ਖੁਦਾਵੰਦ ਇਹ ਜਿਨ੍ਹਾਂ ਦੀ ਜ਼ਿੰਦਗੀਆਂ ਦੇ ਅੰਦਰ ਬੀਜ ਬੋਇਆ ਜਾਵੇ, ਉਹ ਖੁਦਾਵੰਦ ਖੁਦਾ ਨਾਸ਼ ਨਾ ਹੋਵੇ, ਬਲਕਿ ਖੁਦਾਵੰਦ ਕਟਨੀ ਦੇ ਸਮੇਂ ਵਧੀਆ ਫਲ ਲੈ ਕੇ ਆਵੇ ਪਿਤਾ। ਤੇਰਾ ਧੰਨਵਾਦ ਕਰਦੇ, ਬਾਕੀ ਦਾ ਸਮਾਂ ਤੇਰੇ ਹੱਥਾਂ ਵਿੱਚ ਸੌਂਪ ਦਿੰਦੇ। ਜੋ ਤੁਹਾਡੀ ਇੱਛਾ ਮਰਜ਼ੀ ਉਹ ਤੁਸੀਂ ਸਾਡੀ ਜ਼ਿੰਦਗੀਆਂ 'ਚ ਪੂਰੀ ਕਰੋ। ਤੁਹਾਡੇ ਬੇਟੇ ਮੁਕਤੀਦਾਤਾ ਉਧਾਰ ਕਰਤਾ ਯਿਸੂ ਨਾਮ 'ਚ ਮੰਗਦੇ। ਆਮੀਨ ਆਮੀਨ ਆਮੀਨ। ਅੱਜ ਦਾ ਵਚਨ ਹੈ ਯਹੂਨਾ 1:12। ਯਹੂਨਾ 1:12 ਵਿੱਚ ਲਿਖਿਆ ਹੈ, ਪਰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ, ਉਸ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ, ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨੇਚਾ ਕੀਤੀ। ਯਹੂਨਾ 1:12 ਵਿੱਚ ਲਿਖਿਆ ਹੈ, ਪਰਮੇਸ਼ਵਰ ਦੇ ਵਚਨ 'ਚ, ਬਾਈਬਲ 'ਚ ਲਿਖਿਆ ਹੈ ਕਿ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ, ਉਸ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ। ਇਟ ਮੀਨਸ ਕਿ ਜਿਹੜੇ ਲੋਕ ਪਰਮੇਸ਼ਵਰ ਨੂੰ ਸਵੀਕਾਰ ਕਰ ਲੈਂਦੇ ਹੈ, ਐਕਸੈਪਟ ਕਰ ਲੈਂਦੇ, ਆਪਣੀ ਲਾਈਫ ਦੇ ਵਿੱਚ ਕਬੂਲ ਕਰ ਲੈਂਦੇ ਹੈ, ਉਹਨਾਂ ਨੂੰ ਪਰਮੇਸ਼ਵਰ ਨੇ ਆਪਣਾ ਪੁੱਤਰ ਹੋਣ ਦੇ ਲਈ, ਆਪਣਾ ਬੱਚਾ ਹੋਣ ਦੇ ਲਈ, ਆਪਣੀ ਸੰਤਾਨ ਹੋਣ ਦੇ ਲਈ, ਆਪਣੇ ਪਿਆਰੇ ਬੇਟੇ ਬੇਟੀਆਂ ਹੋਣ ਦੇ ਲਈ ਪਰਮੇਸ਼ਵਰ ਨੇ ਚੁਣ ਲਿਆ ਹੋਇਆ ਹੈ ਉਹਨਾਂ ਨੂੰ। ਔਰ ਉਹਨਾਂ ਨੂੰ ਹੱਕ ਦੇ ਦਿੱਤਾ ਹੈ ਕਿ ਤੁਸੀਂ ਮੇਰੇ ਬੱਚੇ ਹੋ, ਅਰਥਾਤ ਜਿਨ੍ਹਾਂ ਨੇ ਉਸਦੇ ਨਾਮ ਉੱਤੇ ਨੇਚਾ ਕੀਤੀ। ਔਰ ਜਿਹੜੇ ਲੋਕਾਂ ਨੇ ਯਿਸੂ ਮਸੀਹ ਨਾਮ ਉੱਤੇ ਨੇਚਾ ਕੀਤੀ ਹੈ, ਵਿਸ਼ਵਾਸ ਕੀਤਾ ਹੈ, ਬਿਲੀਵ ਕੀਤਾ ਹੈ, ਟਰਸਟ ਕੀਤਾ ਹੈ, ਫੇਥ ਕੀਤਾ ਹੈ ਕਿ ਇਹੀ ਸੱਚਾ ਪਰਮੇਸ਼ਵਰ ਹੈ ਜੋ ਮੈਨੂੰ ਹਰ ਇੱਕ ਮੁਸੀਬਤ, ਪਰੇਸ਼ਾਨੀ, ਦੁੱਖ, ਤਕਲੀਫ, ਗਮ ਤੋਂ ਛੁਡਾ ਸਕਦਾ ਹੈ, ਕਬੂਲ ਕਰ ਲਿਆ ਉਹਨਾਂ ਨੇ ਇਸ ਚੀਜ਼ ਨੂੰ ਕਿ ਇਹੀ ਪਰਮੇਸ਼ਵਰ ਹੈ ਜੋ ਸਾਨੂੰ ਦੁੱਖਾਂ 'ਚੋਂ ਕੱਢ ਸਕਦਾ ਹੈ। ਸਾਡਾ ਛੁਟਕਾਰਾ ਇਹ ਇੱਥੋਂ ਹੀ ਹੈ। ਉਹਨਾਂ ਨੂੰ ਪਰਮੇਸ਼ਵਰ ਨੇ ਆਪਣੀ ਸੰਤਾਨ ਮੰਨ ਲਿਆ ਹੋਇਆ ਹੈ। ਹਾਲੇਲੂਇਆ। ਧਿਆਨ ਨਾਲ ਵਚਨ ਨੂੰ ਸੁਣੋ। ਅੱਜ ਪਰਮੇਸ਼ਵਰ ਤੁਹਾਡੇ ਨਾਲ ਕੀ ਗੱਲ ਕਰ ਰਹੇ ਨੇ ਕਿ ਜਿਹੜੇ ਲੋਕਾਂ ਨੇ ਮੈਨੂੰ ਕਬੂਲ ਕਰ ਲਿਆ ਹੈ, ਮੈਨੂੰ ਸਵੀਕਾਰ ਕਰ ਲਿਆ ਹੈ, ਮੇਰੇ ਨਾਮ ਦੇ ਉੱਤੇ, ਯਿਸੂ ਮਸੀਹ ਦੇ ਨਾਮ ਦੇ ਉੱਤੇ ਨੇਚਾ ਕਰ ਲਈ ਹੈ, ਉਹ ਮੇਰੀ ਸੰਤਾਨ ਬਣ ਚੁੱਕੇ ਹੈ। ਸੋ ਤੁਸੀਂ ਦੇਖਣਾ ਹੈ ਕਿ ਅਸੀਂ ਕਿਸ ਕੈਟਾਗਰੀ ਦੇ ਵਿੱਚ ਆਉਂਦੇ ਹਾਂ। ਅਸੀਂ ਉਸ ਕੈਟਾਗਰੀ ਦੇ ਵਿੱਚ ਹਾਂ ਜਿਨ੍ਹਾਂ ਨੇ ਸੁਣ ਕੇ ਉਸ ਨੂੰ ਕਬੂਲ ਕਰਕੇ, ਉਸ 'ਤੇ ਨੇਚਾ ਕਰਕੇ, ਉਸ ਨੂੰ ਸਵੀਕਾਰ ਕਰਕੇ ਉਸ ਦਾ ਪੁੱਤਰ, ਉਸ ਦੇ ਬੱਚੇ, ਉਸ ਦੀਆਂ ਧੀਆਂ ਬਣ ਗਏ ਹਾਂ। ਜਾਂ ਅਸੀਂ ਉਹਨਾਂ ਕੈਟਾਗਰੀ ਦੇ ਵਿੱਚ ਆਉਂਦੇ ਹਾਂ, ਉਹਨਾਂ ਲੋਕਾਂ ਦੇ ਵਿੱਚ ਗਿਣੇ ਜਾਂਦੇ ਹਾਂ ਜੋ ਸੁਣ ਕੇ ਵੀ ਇਗਨੋਰ ਕਰਦੇ ਹੈ, ਜਿਨ੍ਹਾਂ ਨੂੰ ਪਤਾ ਵੀ ਹੈ ਕਿ ਯਿਸੂ ਮਸੀਹ ਹੈ, ਲੇਕਿਨ ਉਹ ਲੋਕਾਂ ਦਾ ਡਰ, ਰਿਸ਼ਤੇਦਾਰੀ ਦਾ ਡਰ, ਗਲੀ ਮੁਹੱਲੇ ਦਾ ਡਰ, ਪਤੀ ਦਾ ਡਰ, ਪਤਨੀ ਦਾ ਡਰ, ਬੱਚਿਆਂ ਦਾ ਡਰ, ਪਤਾ ਨਹੀਂ ਕਿਹੜੀ ਕਿਹੜੀ ਚੀਜ਼ ਤੋਂ ਡਰ ਕੇ ਉਹ ਪਰਮੇਸ਼ਵਰ ਨੂੰ ਸਵੀਕਾਰ ਨਹੀਂ ਕਰ ਰਹੇ। ਕੁਝ ਲੋਕ 20 ਸਾਲ ਤੋਂ 30 ਸਾਲ ਤੋਂ ਬਹੁਤ ਆਪਣੇ ਆਪ ਨੂੰ ਉਸੇ ਹੀ ਲਾਈਨ ਦੇ ਵਿੱਚ ਰੱਖਣਾ ਚਾਹੁੰਦੇ ਹੈ। ਔਰ ਉਹਨਾਂ ਨੂੰ ਛੱਡ ਕੇ, ਰੀਤੀ ਰਿਵਾਜ਼ਾਂ ਨੂੰ ਛੱਡ ਕੇ, ਜੋ ਉਹਨਾਂ ਦੇ ਦਾਦਿਆਂ ਪੜਦਾਦਿਆਂ ਪਿਛਲੀ ਵੰਸ਼ਾਂ ਤੋਂ ਜਿਹੜੀ ਰੀਤ ਚਲੀ ਆਉਂਦੀ ਹੈ, ਉਹਨਾਂ ਨੂੰ ਨਹੀਂ ਛੱਡਦੇ ਔਰ ਪਰਮੇਸ਼ਵਰ ਨੂੰ ਐਕਸੈਪਟ ਨਹੀਂ ਕਰਦੇ।
ਉਹ ਡਰਦੇ ਹੈ ਕਿ ਜੇ ਅਸੀਂ ਇਹ ਚੀਜ਼ਾਂ ਛੱਡ ਦਾਂਗੇ ਤਾਂ ਪਰਮੇਸ਼ਵਰ ਨੂੰ ਸਵੀਕਾਰ ਕਰ ਲਾਂਗੇ ਤਾਂ ਲੋਕ ਸਾਨੂੰ ਕੀ ਕਹਿਣਗੇ, ਸਾਡੇ ਘਰ ਦੇ ਸਾਨੂੰ ਕੀ ਕਹਿਣਗੇ, ਸਾਡੀ ਜ਼ਿੰਦਗੀ 'ਚ ਕੀ ਹੋਏਗਾ, ਸਾਡੀ ਜ਼ਿੰਦਗੀ ਦਾ ਕੀ ਬਣੇਗਾ, ਅੱਗੇ ਮੇਰੇ ਬੱਚੇ ਕੀ ਕਰਨਗੇ। ਬਹੁਤ ਸਾਰੀ ਚਿੰਤਾਵਾਂ ਉਹਨਾਂ ਨੂੰ ਘੇਰ ਲੈਂਦੀਆਂ ਹੈ, ਜਦ ਕਿ ਪਰਮੇਸ਼ਵਰ ਲੋਕਾਂ ਨੂੰ ਆਵਾਜ਼ਾਂ ਮਾਰਦਾ ਹੈ ਕਿ ਹੇ ਸਾਰੇ ਬੋਝ ਹੇਠ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇ ਦਿਆਂਗਾ। ਉਸ 12 ਸਾਲ ਦੀ ਰੋਗਣ ਵੱਲ ਦੇਖੀਏ, ਜਦੋਂ ਯਿਸੂ ਮਸੀਹ ਜੀ ਲੰਘ ਰਹੇ ਸੀ, ਉਹ ਰਿੜਦੀ ਲੋਕਾਂ ਦੇ ਪੈਰਾਂ ਤੋਂ ਰਿੜਦੀ ਉਹਦੇ ਪੱਲੇ ਨੂੰ ਜਾ ਕੇ ਛੂਹ ਲੈਂਦੀ ਹੈ। ਕੀ ਉਸਨੇ ਨਹੀਂ ਸੀ ਸੋਚਿਆ ਕਿ ਮੈਂ ਰਿੜਦੀ ਜਾ ਰਹੀ ਹਾਂ, ਲੋਕ ਮੈਨੂੰ ਕੀ ਕਹਿਣਗੇ ਕਿ ਤੂੰ 12 ਸਾਲ ਤੋਂ ਤਾਂ ਠੀਕ ਹੋਈ ਨਹੀਂ, ਤੂੰ ਕਿੰਨਾ ਪੈਸਾ ਖਤਮ ਕਰ ਲਿਆ, ਤੂੰ ਕਿੰਨੇ ਵੈਦਾਂ ਕੋਲ ਚਲੀ ਗਈ, ਤੂੰ ਕਿੰਨੇ ਹਕੀਮਾਂ ਕੋਲ ਚਲੀ ਗਈ, ਤੂੰ ਕਿੰਨੇ ਡਾਕਟਰ ਬਦਲ ਲਏ, ਤੂੰ ਕਿੰਨੇ ਹੌਸਪੀਟਲ ਬਦਲ ਲਏ, ਤੇ ਤੂੰ ਹੁਣ ਵੀ ਰਿੜਦੀ ਜਾਨੀ ਏ, ਤੂੰ ਕਿਸ ਤਰ੍ਹਾਂ ਚੰਗਾਈ ਲੈ ਲੇਂਗੀ। ਕੀ ਲੋਕ ਉਹਨੂੰ ਗੱਲਾਂ ਕਰਦੇ ਨਹੀਂ ਹੋਣਗੇ, ਲੇਕਿਨ ਉਸਨੇ ਕਿਸੇ ਵੱਲ ਨਹੀਂ ਦੇਖਿਆ, ਉਸਨੇ ਕਿਸੇ ਦੀ ਗੱਲ ਨਹੀਂ ਸੁਣੀ, ਉਸਨੇ ਸਿਰਫ ਇੱਕ ਵਿਸ਼ਵਾਸ ਕੀਤਾ ਸੀ ਕਿ ਜੇ ਮੈਂ ਪਰਮੇਸ਼ਵਰ ਦੇ ਪੱਲੇ ਨੂੰ ਛੂਹ ਲਵਾਂਗੀ ਤਾਂ ਮੈਂ ਚੰਗੀ ਹੋ ਜਾਵਾਂਗੀ। ਓ ਥੈਂਕ ਯੂ ਜੀਸਸ। ਵਾਟ ਅ ਵੰਡਰਫੁਲ ਫੇਥ। ਵਿਸ਼ਵਾਸ ਉਸ ਲੇਡੀ ਦੇ ਕੋਲ ਸੀਗਾ ਜਿਹੜੀ 12 ਸਾਲ ਤੋਂ ਦੁਖੀ ਸੀ। ਅੱਜ ਅਗਰ ਕੋਈ 12 ਘੰਟੇ ਕਿਸੇ ਦਾ ਲਹੂ ਵਗ ਜਾਏ, 12 ਘੰਟੇ ਦੇ ਵਿੱਚ ਉਹ ਵੀਕਨੈਸ ਫੀਲ ਕਰਨ ਲੱਗ ਜਾਏਗਾ, 12 ਘੰਟੇ ਦੇ ਅੰਦਰ ਉਹ ਬੈੱਡ ਤੋਂ ਨਹੀਂ ਉੱਠੇਗਾ, ਉਹ ਇਹੀ ਟੈਨਸ਼ਨ ਰਹੇਗਾ ਮੈਨੂੰ ਕਿਹੜੀ ਵਿਪਤਾ ਪੈ ਗਈ। ਲੇਕਿਨ ਤੁਸੀਂ ਉਸ ਲੇਡੀ ਵੱਲ ਦੇਖੋ, ਉਸ ਔਰਤ ਵੱਲ ਦੇਖੋ, ਉਸ ਰੋਗਣ ਵੱਲ ਦੇਖੋ, ਜਿਹਦਾ 1 ਸਾਲ ਨਹੀਂ, 2 ਸਾਲ ਨਹੀਂ, 3 ਸਾਲ ਨਹੀਂ, 12 ਸਾਲ ਕੰਟੀਨਿਊਸ ਉਸਨੂੰ ਸੇਮ ਡਿਸੀਜ਼ ਸੀਗੀ ਕਿ ਲਹੂ ਬਹਿਣ ਦੀ ਬਿਮਾਰੀ ਸੀਗੀ। ਉਹ ਕਿੰਨੀ ਵੀਕ ਹੋਈ ਹੋਣੀ ਹੈ, ਉਹ ਕਿੰਨਾ ਪੈਸਾ ਖਰਚ ਕਰ ਚੁੱਕੀ ਹੋਣੀ ਹੈ, ਉਹ ਕਿੱਥੇ, ਲੇਕਿਨ ਉਹਨੇ ਸਿਰਫ ਇਹੀ ਸੋਚਿਆ ਕਿ ਮੈਂ ਚੰਗਾਈ ਲੈਣੀ ਹੈ, ਮੈਂ ਚੰਗੀ ਹੋਣਾ ਹੈ ਔਰ ਉਸਦਾ ਪੱਲਾ ਛੂਹ ਕੇ ਚੰਗਾ ਹੋਣਾ ਹੈ। ਪੱਲਾ ਤੇਰਾ ਫੜਿਆ ਤੇ ਪਾਰ ਲੰਘ ਜਾਵਾਂਗੇ। ਜੇ ਅਸੀਂ ਅੱਜ ਉਸਦਾ ਪੱਲਾ ਫੜ ਲਈਏ ਨਾ ਤਾਂ ਸੱਚਮੁੱਚ ਅਸੀਂ ਪਾਰ ਲੰਘ ਜਾਵਾਂਗੇ। ਜੇ ਅਸੀਂ ਉਸਦੇ ਪੱਲੇ ਨੂੰ ਨਹੀਂ ਫੜਾਂਗੇ ਤਾਂ ਅਸੀਂ ਸੰਸਾਰ ਦੀ ਕਿਸ਼ਤੀ ਦੇ ਨਵੇਂ 'ਚ ਹੀ ਡੁੱਬ ਜਾਵਾਂਗੇ। ਸੋ ਅਸੀਂ ਚੂਜ਼ ਕਰਨਾ ਹੈ, ਪਾਪ ਕਰਨਾ ਹੈ ਜਾਂ ਪੁੰਨ ਕਰਨਾ ਹੈ। ਪਰਮੇਸ਼ਵਰ ਦਾ ਪੱਲਾ ਫੜਨਾ ਹੈ, ਛੂਹਣਾ ਹੈ, ਪਰਮੇਸ਼ਵਰ ਦੇ ਕੋਲ ਆਉਣਾ ਹੈ ਜਾਂ ਲੋਕਾਂ ਦੀ ਟੈਨਸ਼ਨ ਲੈਣੀ ਹੈ ਔਰ ਪਿੱਛੇ ਰਹਿਣਾ ਹੈ, ਘਰਾਂ ਦੇ ਵਿੱਚ ਹੀ ਰਹਿਣਾ ਹੈ। ਅੱਜ ਪਰਮੇਸ਼ਵਰ ਤੁਹਾਨੂੰ ਇਸ ਵਚਨ ਰਾਹੀਂ ਸਿਖਾ ਰਿਹਾ ਹੈ ਕਿ ਜਿਨ੍ਹਾਂ ਨੇ ਮੈਨੂੰ ਕਬੂਲ ਕਰ ਲਿਆ, ਮੈਨੂੰ ਸਵੀਕਾਰ ਕਰ ਲਿਆ, ਉਹ ਮੇਰਾ ਬੱਚਾ ਬਣ ਚੁੱਕਾ ਹੈ, ਉਹ ਮੇਰਾ ਹੋ ਗਿਆ ਹੈ। ਸੋ ਤੁਸੀਂ ਕਿਸ ਗੱਲ ਦੀ ਚਿੰਤਾ ਕਰਦੇ ਹੋ? ਤੁਸੀਂ ਉਸ ਰਾਜੇ ਦੀ ਸੰਤਾਨ ਬਣ ਗਏ ਹੋ, ਤੁਸੀਂ ਉਸ ਮਾਲਕ ਦੀ ਸੰਤਾਨ ਬਣ ਗਏ ਹੋ ਜਿਹਦੇ ਹੱਥ ਵਿੱਚ ਸਭ ਕੁਛ ਹੈ। ਉਹ ਚਾਹੇ ਤਾਂ ਸਭ ਕੁਛ ਕਰ ਸਕਦਾ ਹੈ, ਜਿਸਨੇ ਜ਼ਮੀਨ, ਅਸਮਾਨ, ਤਾਰੇ, ਸਮੁੰਦਰ, ਰੇਤ ਦੇ ਹਰ ਇੱਕ ਕਣ, ਮੱਛਲੀਆਂ, ਜੋ ਕੁਛ ਵੀ ਇਸ ਧਰਤੀ ਦੇ ਵਿੱਚ ਜੀਵ ਜੰਤੂ, ਜਾਨਵਰ, ਪਕਸ਼ੀ, ਪੇੜ ਪੌਦੇ ਤੁਸੀਂ ਦੇਖ ਰਹੇ ਹੋ, ਇਹ ਸਭ ਕੁਛ ਉਸ ਦੀ ਬਣਾਈ ਹੋਈ ਚੀਜ਼ਾਂ ਨੇ। ਉਹਨੇ ਪਰਮੇਸ਼ਵਰ ਦੇ ਮੁਖ ਤੋਂ ਜਦੋਂ ਇਹ ਨਿਕਲੇ ਤਾਂ ਬਣ ਗਏ। ਅੱਜ ਤੁਸੀਂ ਔਰ ਮੈਂ ਵੀ ਉਸਦੇ ਕਾਰਨ ਹੀ ਬਣੇ ਹੋਏ ਹਾਂ। ਉਸਨੇ ਇਨਸਾਨ ਨੂੰ ਮਿੱਟੀ ਤੋਂ ਸਾਜਿਆ ਔਰ ਉਸਦੀ ਨਥਨਾਂ ਦੇ ਵਿੱਚ ਆਪਣਾ ਸਾਹ ਫੂਕ ਕੇ ਉਸਨੂੰ ਜੀਂਦੀ ਜਾਨ ਬਣਾ ਦਿੱਤਾ। ਅਸੀਂ ਉਸ ਪਰਮੇਸ਼ਵਰ ਦੇ ਕੋਲ ਆ ਗਏ ਹਾਂ ਜਿਹਦੇ ਕੋਲ ਸਭ ਕੁਛ ਹੈ। ਫਿਰ ਤੁਸੀਂ ਕਿਉਂ ਟੈਨਸ਼ਨ, ਕਿਉਂ ਚਿੰਤਾ ਕਰਦੇ ਹੋ? ਪਰ ਜਦੋਂ ਅਸੀਂ ਪਰਮੇਸ਼ਵਰ 'ਚ ਆ ਜਾਂਦੇ ਹਾਂ ਤਾਂ ਅਸੀਂ ਪਿੱਛੇ ਮੁੜ ਕੇ ਨਾ ਦੇਖੀਏ, ਕਿਉਂਕਿ ਅਸੀਂ ਉੱਥੇ ਆ ਚੁੱਕੇ ਹਾਂ ਆਪਣੇ ਹੱਲ 'ਤੇ, ਤਾਂ ਖੇਤ ਦੇ ਵਿੱਚ, ਤਾਂ ਅਸੀਂ ਪਿੱਛੇ ਮੁੜ ਕੇ ਨਾ ਦੇਖੀਏ। ਪਰਮੇਸ਼ਵਰ ਚਾਹੁੰਦਾ ਹੈ ਕਿ ਤੁਸੀਂ ਮੇਰੇ ਬੱਚੇ ਬਣੋ ਔਰ ਮੇਰੇ ਕੋਲੋਂ ਆਸ਼ੀਸ਼ਾਂ ਤੇ ਬਰਕਤਾਂ ਲਓ।
ਜਿਹੜੇ ਲੋਕਾਂ ਨੇ ਯੀਸ਼ੂ ਮਸੀਹ ਦੇ ਨਾਮ ਉੱਤੇ ਨੇਚਾ ਕਰ ਲਈ ਹੈ, ਉਹ ਬਚਾਏ ਗਏ ਨੇ। ਉਹ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਨੇ। ਜਿਨ੍ਹਾਂ ਨੇ ਉਸ ਨੂੰ ਕਬੂਲ ਕਰ ਲਿਆ ਹੈ, ਉਹ ਪਰਮੇਸ਼ਵਰ ਦੀ ਸੰਤਾਨ ਬਣ ਚੁੱਕੇ ਹੈ। ਤਾਂ ਉਹਨਾਂ ਦੇ ਕਾਰੇ ਫਿਰ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਨੇ। ਉਹਨਾਂ ਦੇ ਜੀਵਨ ਪਰਮੇਸ਼ਵਰ ਦੇ ਹੱਥਾਂ ਵਿੱਚ ਨੇ। ਉਹਨਾਂ ਦਾ ਫਿਊਚਰ ਪਰਮੇਸ਼ਵਰ ਦੇ ਹੱਥ ਦੇ ਵਿੱਚ ਹੈ। ਉਹਨਾਂ ਦੇ ਬੱਚੇ, ਐਵਰੀਥਿੰਗ ਫਿਰ ਪਰਮੇਸ਼ਵਰ ਦੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਰੱਖਣਾ ਹੈ। ਜੇ ਤੁਸੀਂ ਸੰਸਾਰਿਕ ਮਾਤਾ ਪਿਤਾ ਹੋ ਕੇ ਆਪਣੇ ਬੱਚੇ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੇ, ਆਪਣੇ ਬੱਚੇ ਦਾ ਹਮੇਸ਼ਾ ਧਿਆਨ ਰੱਖਦੇ ਹੋ, ਉਸ ਦੀ ਔਰ ਧਿਆਨ ਰੱਖਦੇ ਹੋ, ਉਸਨੂੰ ਦੇਖਦੇ ਹੋ, ਖਿਲਾਉਂਦੇ ਹੋ, ਪਿਲਾਉਂਦੇ ਹੋ, ਪਾਲਦੇ ਹੋ, ਪੋਸਦੇ ਹੋ, ਵੱਡਾ ਕਰਦੇ ਹੋ, ਉਸਦੇ ਫਿਊਚਰ ਬਾਰੇ ਸੋਚਦੇ ਹੋ, ਉਹਦੇ ਲਈ ਮਨੀ ਵੀ ਸੇਵ ਕਰਦੇ, ਐਵਰੀਥਿੰਗ। ਜੇ ਤੁਸੀਂ ਇੱਕ ਸੰਸਾਰਿਕ ਮਾਤਾ ਪਿਤਾ ਹੋ ਕੇ ਆਪਣੇ ਬੱਚੇ ਦੇ ਲਈ ਇੰਨਾ ਕੁਝ ਸੋਚਦੇ ਹੋ, ਤਾਂ ਉਹ ਸਵਰਗੀ ਪਿਤਾ ਜਿਸ ਨੇ ਤੁਹਾਨੂੰ ਆਪਣਾ ਖੂਨ ਦੇ ਕੇ, ਆਪਣਾ ਲਹੂ ਦੇ ਕੇ ਤੁਹਾਨੂੰ ਮੋਲ ਖਰੀਦਿਆ ਹੋਇਆ ਹੈ, ਉਹ ਕਿੰਨੀ ਵੱਡੀ ਸੋਚ ਤੁਹਾਡੇ ਲਈ ਰੱਖਦਾ ਹੋਏਗਾ। ਉਹ ਕਿੰਨਾ ਵੱਡਾ ਤੁਹਾਡੇ ਲਈ ਫਿਊਚਰ ਸੋਚ ਕੇ ਬੈਠਾ ਹੋਏਗਾ। ਉਹ ਕਿੰਨੀਆਂ ਵੱਡੀਆਂ ਬਲੈਸਿੰਗ ਤੁਹਾਡੀ ਜ਼ਿੰਦਗੀ ਦੇ ਲਈ ਰੱਖੀਆਂ ਹੋਣਗੀਆਂ। ਕਿੰਨਾ ਵੱਡਾ ਮਾਸਟਰ ਪਲਾਨ ਤੁਹਾਡੀ ਜ਼ਿੰਦਗੀ ਦੇ ਲਈ ਉਸਨੇ ਰੱਖਿਆ ਹੋਏਗਾ, ਕਿਉਂਕਿ ਉਹ ਸਵਰਗੀ ਪਿਤਾ ਹੈ, ਉਹ ਸਵਰਗੀ ਮਾਲਿਕ ਹੈ, ਉਹ ਸਵਰਗੀ ਖੁਦਾਵੰਦ ਖੁਦਾ ਪਰਮੇਸ਼ਵਰ ਹੈ। ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ। ਜਿਹਦੇ ਹੱਥ ਵਿੱਚ ਸਭ ਕੁਝ ਹੈ, ਉਹ ਕਿਉਂ ਨਾ ਸਾਡਾ ਸੋਚੇਗਾ। ਉਸੀ ਨੇ ਤਾਂ ਸਾਨੂੰ ਇਸ ਧਰਤੀ ਤੇ ਭੇਜਿਆ ਹੈ, ਔਰ ਅਸੀਂ ਇਸ ਮਕਸਦ ਨੂੰ ਪੂਰਾ ਕਰੀਏ ਜਿਸ ਮਕਸਦ ਦੇ ਲਈ ਉਸਨੇ ਸਾਨੂੰ ਇਸ ਧਰਤੀ ਤੇ ਭੇਜਿਆ ਹੈ। ਅਗਰ ਅਸੀਂ ਨਵਾਂ ਜੀਵਨ ਪ੍ਰਾਪਤ ਕਰ ਚੁੱਕੇ ਹਾਂ, ਤਾਂ ਬਾਈਬਲ ਦੱਸਦੀ ਹੈ ਕਿ ਅਸੀਂ ਪਰਮੇਸ਼ਵਰ ਦੀ ਸੰਤਾਨ ਹਾਂ। ਔਰ ਅਸੀਂ ਨਵਾਂ ਜੀਵਨ ਕਦੋਂ ਪ੍ਰਾਪਤ ਕਰਦੇ ਹਾਂ? ਜਦੋਂ ਅਸੀਂ ਪਰਮੇਸ਼ਵਰ ਨੂੰ ਕਬੂਲ ਕਰ ਲੈਂਦੇ ਹਾਂ, ਆਪਣਾ ਉਧਾਰਕਰਤਾ ਮੁਕਤੀਦਾਤਾ ਸਵੀਕਾਰ ਕਰ ਲੈਂਦੇ ਹਾਂ, ਯੀਸ਼ੂ ਨਾਮ ਤੇ ਨੇਚਾ ਕਰ ਲੈਂਦੇ, ਵਿਸ਼ਵਾਸ ਕਰ ਲੈਂਦੇ ਹਾਂ, ਨਵਾਂ ਜੀਵਨ ਲੈ ਲੈਂਦੇ, ਬੈਪਟਿਜ਼ਮ ਲੈ ਲੈਂਦੇ ਹਾਂ, ਤਾਂ ਅਸੀਂ ਪਰਮੇਸ਼ਵਰ ਦੀ ਸੰਤਾਨ ਬਣ ਜਾਂਦੇ ਹਾਂ। ਤਾਂ ਉਸਨੇ ਸਾਨੂੰ ਆਪਣੀ ਸਮਾਨਤਾ ਦੇ ਵਿੱਚ ਬਣਾਇਆ ਹੈ। ਪਰਮੇਸ਼ਵਰ, ਜੇ ਅਸੀਂ ਪਰਮੇਸ਼ਵਰ ਦੀ ਸੰਤਾਨ ਬਣ ਗਏ ਹਾਂ, ਤਾਂ ਪਰਮੇਸ਼ਵਰ ਸਾਡਾ ਪਿਤਾ ਬਣ ਚੁੱਕਾ ਹੈ। ਤਾਂ ਸੋਚੋ, ਜਿਹਦੇ ਪਿਤਾ ਦੇ ਕੋਲ ਇੰਨਾ ਵੱਡਾ ਅਸਮਾਨ ਜ਼ਮੀਨ ਐਵਰੀਥਿੰਗ ਹੈ, ਤਾਂ ਉਹ ਆਪਣੇ ਬੱਚਿਆਂ ਦੇ ਲਈ ਕਿਉਂ ਨਹੀਂ ਰੱਖ ਛੋੜੇਗਾ? ਉਹ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਬਲੈਸ ਕਰੇਗਾ? ਉਹ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਚੰਗਾ ਕਰੇਗਾ? ਉਹ ਆਪਣੇ ਬੱਚਿਆਂ ਦੀ ਪ੍ਰਾਰਥਨਾਵਾਂ ਨੂੰ ਕਿਉਂ ਨਹੀਂ ਸੁਣੇਗਾ? ਪਰ ਉਸਨੂੰ ਤੁਸੀਂ ਸੱਚੇ ਦਿਲ ਤੋਂ ਕਬੂਲ ਕਰੋ, ਉਸਦੇ ਹੁਕਮਾਂ ਵਿਧੀਆਂ ਨੂੰ ਮੰਨੋ, ਉਸਦੀ ਆਗਿਆਕਾਰੀ ਦੇ ਵਿੱਚ ਰਹੋ, ਤਾਂ ਹੀ ਅਸੀਂ ਬਲੈਸਿੰਗ ਲੈਣ ਦੇ ਹੱਕਦਾਰ ਹੋ ਸਕਾਂਗੇ। ਮੇਰੇ ਨਾਲ ਮਿਲ ਕੇ ਪ੍ਰਾਰਥਨਾ ਕਰੋ। ਅਗਰ ਕਿਸੇ ਕੋਲ ਗਲਤੀ ਨਾਲ ਵੀ ਪਰਮੇਸ਼ਵਰ ਦੇ ਖਿਲਾਫ, ਉਸਦੇ ਦਾਸਾਂ ਦੇ ਖਿਲਾਫ, ਉਸਦੇ ਵਚਨ ਦੇ ਖਿਲਾਫ ਕੋਈ ਵੀ ਗਲਤੀ ਗੁਨਾਹ ਹੋਇਆ ਹੈ, ਤਾਂ ਉਸ ਤੋਂ ਮਾਫੀ ਮੰਗੋ। ਅਗਰ ਦੁਆ ਦੇ ਵਿੱਚ ਵੀਕ ਹੈ ਤਾਂ ਪ੍ਰਾਰਥਨਾ ਕਰੋ। ਅੱਜ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬੈਠੋ। ਇਸ ਵਚਨ ਨੂੰ ਸੁਣਦੇ ਸਾਰ ਮੇਰੇ ਨਾਲ ਪ੍ਰਾਰਥਨਾ ਕਰੋ। ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨ ਦੇ ਲਈ ਜਾ ਰਹੀ ਹਾਂ। ਹੇ ਪ੍ਰਭੂ, ਇਹਨਾਂ ਲੋਕਾਂ ਤੇ ਦਇਆ ਕਰ। ਇਹਨਾਂ ਦੀ ਪ੍ਰਾਰਥਨਾਵਾਂ ਕਰਨ ਦੇ ਵਿੱਚ ਜੋ ਵੀ ਰੁਕਾਵਟਾਂ ਆਉਂਦੀਆਂ ਨੇ, ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਉਸ ਰੁਕਾਵਟਾਂ ਨੂੰ ਦੂਰ ਕਰ। ਔਰ ਹੁਣੇ ਦੇ ਖੁਦਾਵੰਦ, ਇਹ ਪ੍ਰਾਰਥਨਾ ਦੇ ਵਿੱਚ, ਵਚਨ ਪੜ੍ਹਨ ਦੇ ਵਿੱਚ, ਪ੍ਰੇਅਰ ਫਾਸਟਿੰਗ ਕਰਨ ਦੇ ਵਿੱਚ ਅੱਗੇ ਵੱਧ ਸਕਣ, ਔਰ ਸ਼ੈਤਾਨ ਦੇ ਸਾਰੇ ਕੰਮਾਂ ਨੂੰ ਖਤਮ ਕਰ ਸਕਣ। ਔਰ ਖੁਦਾਵੰਦ, ਤੇਰੇ ਨਾਮ ਨੂੰ ਕਬੂਲ ਕਰਕੇ ਜਗ੍ਹਾ ਜਗ੍ਹਾ ਜਾ ਕੇ ਤੇਰਾ ਸੁਸਮਾਚਾਰ ਪ੍ਰਚਾਰ, ਗਵਾਹੀਆਂ ਦੱਸਣ, ਤਾਂ ਜੋ ਲੋਕ ਹੋਰ ਵੀ ਬਚਾਏ ਜਾਣ, ਔਰ ਤੇਰਾ ਨਾਮ ਉੱਚਾ ਹੋਵੇ, ਔਰ ਇਹਨਾਂ ਦੀ ਜ਼ਿੰਦਗੀਆਂ ਨੂੰ ਵੀ ਤੂੰ ਛੂਵੇਂ, ਤਾਂ ਜੋ ਇਹਨਾਂ ਦੀ ਜ਼ਿੰਦਗੀਆਂ 'ਚ ਵੀ ਬਰਕਤ ਆਵੇ ਜਦੋਂ ਤੇਰਾ ਨਾਮ ਲੈਣ। ਕਿਉਂਕਿ ਯੀਸ਼ੂ ਨਾਮ 'ਚ ਮੁਰਦੇ ਉੱਠ ਖੜੇ ਹੁੰਦੇ ਨੇ, ਲੰਗੜੇ ਚੱਲਦੇ ਨੇ, ਬਿਮਾਰ ਚੰਗੇ ਹੁੰਦੇ ਨੇ, ਔਰ ਰੋਗੀ ਸ਼ਿਫਾ ਪਾਉਂਦੇ ਨੇ, ਬੋਲੇ ਸੁਣਦੇ ਨੇ, ਗੂੰਗੇ ਬੋਲਦੇ ਨੇ। ਪਿਤਾ, ਇਨ ਦਾ ਮਾਈਟੀ ਨੇਮ ਆਫ ਜੀਸਸ ਪਿਤਾ, ਖੁਦਾਵੰਦ ਤੇਰੇ ਨਾਮ ਦੇ ਵਿੱਚ ਉਹ ਸਾਮਰਥ ਤਾਕਤ ਹੈ। ਪਿਤਾ ਖੁਦਾਵੰਦ, ਤੇਰੀ ਤਾਰੀਫ ਕਰਦੇ, ਇਹਨਾਂ ਨੂੰ ਛੂ। ਵੈਲਕਮ ਹੋਲੀ ਸਪਿਰਿਟ, ਵੈਲਕਮ। ਇਹ ਤੇਰੀ ਆਵਾਜ਼ ਹੈ ਜੋ ਪਿਤਾ ਪਰਮੇਸ਼ਰ, ਮੇਰੀ ਆਵਾਜ਼ ਨਹੀਂ, ਤੇਰੀ ਆਵਾਜ਼ ਹੈ ਜੋ ਇਹ ਲੋਕ ਸੁਣ ਰਹੇ। ਹੁਣ ਦੇ ਇਹ ਆਵਾਜ਼ ਨੂੰ ਸੁਣ ਕੇ, ਇਹ ਪ੍ਰਾਰਥਨਾ ਨੂੰ ਸੁਣ ਕੇ ਹੋਲੀ ਸਪਿਰਿਟ ਨੂੰ ਮਹਿਸੂਸ ਕਰਨ। ਇਸੇ ਵਕਤ ਤੇਰੀ ਟਚਿੰਗ ਸਪਿਰਿਟ ਨੂੰ ਮਹਿਸੂਸ ਕਰਨ। ਪਿਤਾ, ਇਸੇ ਵਕਤ ਤੂੰ ਛੂ ਇਹਨਾਂ ਨੂੰ ਪਿਤਾ, ਔਰ ਇਹਨਾਂ ਦੀ ਜ਼ਿੰਦਗੀਆਂ 'ਚ ਕਾਰੇ ਕਰ। ਇਹਨਾਂ ਨੂੰ ਛੂ, ਸਿਰ ਤੋਂ ਲੈ ਕੇ ਪੈਰਾਂ ਤੱਕ ਛੂ, ਤਾਂ ਜੋ
ਖੁਦਾਵੰਦ ਇਹਨਾਂ ਦਾ ਜੀਵਨ ਚੇਂਜ ਹੋਣੇ ਪਾਏ ਔਰ ਇਹ ਵਚਨ ਇਹਨਾਂ ਦੀ ਜ਼ਿੰਦਗੀਆਂ 'ਚ 100 ਗੁਣਾ ਫਲ ਲੈ ਕੇ ਪਿਤਾ। ਬਾਕੀ ਦਾ ਸਮਾਂ ਤੇਰੇ ਹੱਥਾਂ ਵਿੱਚ ਸੌਂਪ ਦਿੰਦੇ, ਜੋ ਤੇਰੀ ਇੱਛਾ ਮਰਜ਼ੀ ਪੂਰੀ ਕਰ, ਯਿਸੂ ਨਾਮ 'ਚ ਮੰਗਦੇ, ਆਮੀਨ ਆਮੀਨ ਆਮੀਨ।